आवाज ਜਿਹੜੇ ਆਪ ਜੀ ਜੁੜੇ ਹੋ ਮੈਨੂੰ ਦੱਸ ਦਿਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਜੁੜ ਜੀਏ ਜੀ, ਫਿਰ ਆਪਾਂ ਵਿਚਾਰ ਕਰਨੀਆਂ ਕੁਛ ਬਹੁਤ ਜ਼ਰੂਰੀ ਤੁਹਾਡੇ ਨਾਲ। ਥੋੜਾ ਜਿਹਾ ਸਿਸਟਮ ਇੱਥੇ ਬਹਿਣ ਦਾ ਹੈ ਨਹੀਂ ਘਰੇ ਖਾਸ, ਤੇ ਬਹੁਤ ਜ਼ਰੂਰੀ ਹੈ, ਇਹਨੂੰ ਸ਼ੇਅਰ ਕਰ ਦਿਆ ਜੀ। ਵੈਸੇ ਤਾਂ ਕਹਿਣ ਦੀ ਲੋੜ ਹੀ ਨਹੀਂ ਹੁੰਦੀ ਤੁਹਾਨੂੰ, ਪਰ ਇੱਕ ਤਾਂ ਆਵਾਜ਼ ਦੱਸ ਦਿਓ ਮੈਨੂੰ ਕਿ ਆਵਾਜ਼ ਠੀਕ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਲਾਈਵ ਕਰਨ ਦਾ ਮੇਰਾ ਕਾਰਨ ਇਹ ਵੀ ਇੱਕ ਪਾਸੇ ਤਾਂ ਅਸੀਂ ਸਾਰੇ ਜਾਣੇ ਬਹੁਤ ਜ਼ਿਆਦਾ ਰੌਲਾ ਪਾਉਂਦੇ ਆ ਕਿ ਸਾਰੀ ਕੌਮ ਜਿਹੜੀ ਆ ਇੱਕ ਹੋਵੇ, ਸਾਰੇ, ਮੈਂ ਵੀ ਤੁਹਾਡੇ ਵਿੱਚ ਹੀ ਹਾਂ। ਤੇ ਸਟੇਜਾਂ ਤੇ ਵੀ ਕਹਿੰਦੇ ਆ, ਇੱਕ ਮਿੰਟ ਰੁਕੋ ਜੀ। ਹਾਂਜੀ ਗੁਰੂ ਪਿਆਰਿਓ, ਆਵਾਜ਼ ਦੱਸਦੇ ਜੇ ਮੈਨੂੰ ਆਵਾਜ਼ ਠੀਕ ਹੈ। ਵੈਸੇ ਤਾਂ ਮੈਂ ਦੂਸਰਾ ਘਰ ਵਾਲਾ ਫੋਨ ਤੇ ਦੇਖ ਰਿਹਾ ਸੀਗਾ, ਆਵਾਜ਼ ਆ ਰਹੀ ਹੈ, ਠੀਕ ਹੈ ਜੀ, ਚੜ੍ਹਦੀ ਕਲਾ। ਗੱਲ ਇਹ ਕਰਨੀ ਹੈ ਗੁਰੂ ਪਿਆਰਿਓ ਵੀ ਆਪਾਂ ਦੇਖਦੇ ਹੀ ਹਾਂ, ਹਰ ਜਗ੍ਹਾ ਤੇ ਦੇਖਦੇ ਹਾਂ, ਸਟੇਜਾਂ ਤੇ, ਸਮਾਗਮਾਂ ਤੇ, ਕਿ ਸਾਰੀ ਇਹ ਗੱਲ ਕਹਿੰਦੇ ਨੇ ਕਿ ਭਾਈ ਜਿਹੜੀ ਕੌਮ ਇੱਕ ਹੋਵੇ, ਕੌਮ ਇੱਕ ਹੋਵੇ, ਇੱਕ ਹੋ ਕੇ ਚਲੋ, ਇਕੱਠੇ ਹੋ ਕੇ ਤੁਰੀਏ। ਇਕੱਠੇ ਹੋ ਕੇ ਤੁਰੀਏ ਜੀ। ਜਿੰਨੇ ਚਿਰ ਇੱਕ ਹੋ ਕੇ ਨਾ ਤੁਰੇ ਉਹਨਾਂ ਚਿਰ ਗੱਲ ਨਹੀਂ ਬਣਨੀ। ਪਰ ਗੱਲ ਇਹ ਆ ਵੀ ਉਹਦੇ ਤੇ ਅਮਲ ਕੌਣ ਕਰਦਾ, ਇਸ ਗੱਲ ਦੇ ਉੱਤੇ ਅਮਲ ਕੌਣ ਕਰਦਾ, ਉਹਨੂੰ ਪ੍ਰੈਕਟੀਕਲ ਦੇ ਵਿੱਚ ਕੌਣ ਲੈ ਕੇ ਜਾਂਦਾ ਗੱਲ ਨੂੰ। ਮੈਨੂੰ ਇਹ ਜਿਹੜਾ ਵਾ ਉਹ ਸਮਝ ਨਹੀਂ ਆਉਂਦਾ ਕਿ ਸਟੇਜਾਂ ਦੇ ਉੱਤੇ ਤਾਂ ਸਾਰੇ ਹੀ ਅਸੀਂ ਕਹਿੰਦੇ ਆ ਹੁੱਬ ਹੁੱਬ ਕੇ ਕਿ ਕੌਮ ਨੂੰ ਇੱਕ ਕਰੀਏ ਜੀ, ਨੌਜਵਾਨੀ ਨੂੰ ਇੱਕ ਮੁੱਠ ਕਰੀਏ ਜੀ, ਇੱਕ ਝੰਡੇ ਥੱਲੇ ਚੱਲੀਏ ਜੀ। ਜਿਹੜਾ ਕਿ ਆਪਾਂ ਬਾਣੀ ਦਾ ਵੀ ਫਰਮਾਨ ਆ ਗੁਰੂ ਸਾਹਿਬ ਦਾ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਇਹ ਸਾਰੇ ਹੀ ਕਹਿੰਦੇ ਆ। ਪਰ ਮਸਲਾ ਇੱਥੇ ਇਹ ਖੜਾ ਹੋ ਜਾਂਦਾ ਕਿ ਉਸ ਚੀਜ਼ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਜਿਹੜਾ ਵਾ ਉਹ ਕੌਣ ਲੈ ਕੇ ਚੱਲਦਾ, ਉਹਦੇ ਤੇ ਕੌਣ ਵਰਕ ਕਰਦਾ, ਤੇ ਕੌਣ ਇਕੱਠਾ ਹੋ ਕੇ ਤੁਰਦਾ। ਸਵਾਲ ਇੱਥੇ ਇਹ ਪੈਦਾ ਹੁੰਦਾ। ਗੱਲ ਏਦਾਂ ਵਾ ਵੀ ਬੇਸ਼ੱਕ ਸਾਡੇ ਹੋਰ ਜਿਹੜੇ ਵਖਰੇਵੇਂ ਹੋ ਸਕਦੇ ਨੇ, ਜਥੇਬੰਦੀਆਂ ਦੇ ਹੋ ਸਕਦੇ ਨੇ, ਆਪਸੀ ਮਤਭੇਦ ਹੋ ਸਕਦੇ ਨੇ, ਵਿਚਾਰਕ ਵਖਰੇਵੇਂ ਹੋ ਸਕਦੇ ਨੇ, ਸਾਡੀਆਂ ਹੋਰ ਕਿਸੇ ਤਰ੍ਹਾਂ ਦੀਆਂ ਆਪਸੀ ਕੋਈ ਗੱਲਾਂ ਬਾਤਾਂ ਹੋ ਸਕਦੀਆਂ ਨੇ, ਰੰਜਿਸ਼ਾਂ ਹੋ ਸਕਦੀਆਂ ਨੇ, ਲਾ ਲਓ ਤੁਸੀਂ। ਪਰ ਜਿੱਥੇ ਗੱਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਕਾਰ ਦੀ ਆ ਜਾਂਦੀ ਆ, ਜਾਂ ਜਿੱਥੇ ਗੱਲ ਪੰਥ ਦੀ ਆ ਜਾਂਦੀ ਆ, ਉੱਥੇ ਅਸੀਂ ਇੱਕ ਕਿਉਂ ਨਹੀਂ ਹੁੰਦੇ? ਉੱਥੇ ਅਸੀਂ ਕਿਉਂ ਨਹੀਂ ਤੁਰਦੇ ਇੱਕ ਹੋ ਕੇ? ਸਵਾਲ ਤਾਂ ਇੱਥੇ ਇਹ ਵੱਡਾ। ਫਿਰ ਉੱਥੇ ਜਿਹੜੀ ਸਾਡੀ ਹਉਮੈ ਆ, ਉੱਥੇ ਜਿਹੜੀ ਸਾਡੀ ਈਗੋ ਆ, ਉਹ ਕਿਉਂ ਅੱਗੇ ਆ ਜਾਂਦੀ ਆ? ਕਿ ਜਾਂ ਫਿਰ ਅਸੀਂ ਸਿਰਫ ਸਟੇਜਾਂ ਦੇ ਉੱਤੇ ਹੀ ਜਿਹੜਾ ਵਾ ਉਹ ਕਹਿਣਾ ਜਾਣਦੇ ਆ ਕਿ ਭਾਈ ਇੱਕ ਹੋ ਕੇ ਤੁਰੋ ਜੀ, ਇਕੱਠੇ ਹੋ ਕੇ ਤੁਰੀਏ ਜੀ, ਤੇ ਜਦੋਂ ਗੱਲ ਆ ਜਾਂਦੀ ਆ ਉਹਨੂੰ ਅਮਲੀ ਜਾਮੇ ਦੇ ਵਿੱਚ ਪਹਿਨਾਉਣ ਦੀ, ਉਹਨੂੰ ਪ੍ਰੈਕਟੀਕਲ ਕਰਨ ਦੀ, ਤੇ ਉਦੋਂ ਫਿਰ ਜਿਹੜਾ ਵਾ ਅਸੀਂ ਲੱਤਾਂ ਪਿੱਛੇ ਖਿੱਚ ਲੈਂਦੇ ਆ। ਉਦੋਂ ਸਾਡੀਆਂ ਚੌਧਰਾਂ ਅੱਗੇ ਆ ਜਾਂਦੀਆਂ ਨੇ। ਬਹੁਤ ਇਹ ਸੱਚ ਆ ਤੇ ਇਹਨੂੰ ਪ੍ਰੈਕਟੀਕਲ ਰੂਪ 'ਚ ਦੇਖਿਆ ਹੋਇਆ ਵਾ ਮੇਰਾ, ਕਿਉਂਕਿ ਵਿਚਰ ਰਹੇ ਆ ਇੰਨੇ ਲੰਮੇ ਸਮੇਂ ਤੋਂ। ਇਹਨਾਂ ਵਿਸ਼ਿਆਂ ਤੇ ਸ਼ਾਇਦ ਮੈਨੂੰ ਲੱਗਦਾ ਨਹੀਂ ਸੀ ਕਿ ਕੋਈ ਬੋਲਦਾ ਵਾ, ਪਤਾ ਨਹੀਂ ਕਿਉਂ ਨਹੀਂ ਕੋਈ ਬੋਲਦਾ।
कोई डर होगा मन च किसी दे, कोई भय होगा, मैनू नहीं पता। पर जे मैं ये गल कहां कि आपां गुरु साहब नूं समर्पित हाँ ते असीं किसी बंदे नूं समर्पित नहीं हैगे, असीं किसी मनुख नूं समर्पित नहीं, ते फिर मैनूं लगदा वा कि आपां नूं सच बोलना चाहिदा ते हर एक नूं बोलना चाहिदा जिहदे मन दे विच भी गुरु साहब दा सत्कार है ते जिहड़ा चाहुंदा कि कौम जिहड़ी आ वो अपने गुरु ग्रंथ ते गुरु पंथ वास्ते एक होके तुरे। पर गल सिर्फ इत्थे इन्नी किया कि कहण दे विच ते करन दे विच जिहड़ा वा वो जिहड़ा बहुत ज़्यादा फर्क आ। कहने तां सारे ही आ, मैं भी कहना होऊंगा, मैं किहड़ा कहंदा नहीं स्टेजां दे उत्ते, पर मसला इत्थे खड़ जांदा आके कि जदों गल हाँ जदों गल आ जाती है कि हुण इहनूं आपां अमली जामा बनाईए, मान लो एग्जाम्पल भी कोई पंथक मसला ही आ जाता वा, एग्जाम्पल कोई ला लो तुसीं, जिवें फिलहाल हुण चल रहा वा श्री गुरु ग्रंथ साहब जी दीयां बेदबियां हो रही ने थां थां दे उत्ते गुरबाणी दीयां, ते यही मसला आ जाता वा ते उत्थे ही असीं एक नहीं हुंदे। होर तां चलो असीं कित्थे होना, कहने तां जरूर आ स्टेजां दे उत्ते भी एक होके तुरीए। हुण एग्जाम्पल लास्ट तरखानबद्ध जिहड़ी सी बेदबी, वही मैं कल अखबार पढ़ी भी तकरीबन 15 शायद 15 दिन का रिमांड शायद दोषी का लिया गया सीगा, पर 15 दिन के रिमांड तो बाद भी जिहड़ा वा वो उत्थे किसी भी तरह का जिहड़ा सीगा रिजल्ट नहीं निकलिया, कोई उहदी आउटपुट नहीं मिली। मतलब पुलिस ने कहा कि सानू कुछ मिलिया ही नहीं। ते उहदा कारण की होया? उहदा कारण ये होया भी असीं सारियां ने इकट्ठे हो करके पैरवाई नहीं की। जेकर इकट्ठे हो करके पैरवाई की हुंदी ते की जिहड़ा उत्थे तरखानबद्ध दोषी फड़िया गया कि उहदी जड़ तक जिहड़ा सीगा नहीं फड़ पहुंचदे, कि उहदी जड़ तक नहीं जाया जांदा सीगा। बिल्कुल जाया जाना सी जड़ तक, बिल्कुल जाया जाना सी जड़ तक, जेकर असी सारे एक हो के ते ओनू तुरदे। तुरे नहीं। मैं अपनी भी गल करा ते मैं कल भी कहा सीगा भी उत्थे गए जरूर असी भी एज एक सेवादार होने के नाते हाजरी भरी, स्टेजां ते गल्लां भी कीतियां, ये भी कहा कि भाई इहदी पैरवाई करिए। पर बेशक ये जानदी हो तुसीं, चलो संगत जी साडी गल करते हो, चलो साडी उदों ये मजबूरी सी कि मोर्चा लगा सी, पर उत्थों दियां लोकल जथेबंदियां जां पिंड लैवल दी कमेटी गुरु घर दी जां उत्थों दे मोहतबर पंच सरपंच पंचायतां आस पास दियां जथेबंदियां जां आगू साहिबान, पता नहीं क्यों असीं उस मसले नूं सेंसिटिवली लैंदे नहीं। शायद इसे करके बार बार बेदबियां हो रही ने ते धरावां भी, क्योंकि आपां जाणदे हां कि इन्नियां सख्त धरावां नहीं लगदियां। इहदे उत्ते 295 वर्गियां जिहड़ियां धरावां ने वो लगदियां ने, ते उस तो बाद जिहड़े दोषी ने वो आज़ाद तुरे फिरदे ने, उन्हां दे उत्ते कोई असर नहीं हुंदा चीज़ां दा, ते सजावां सख्त ना होण करके ते फिर हो जाते हैं। सो गल दा मेरा जिहड़ा करन दा बार बार ये तां वा भी की असीं सिर्फ स्टेजां दे उत्ते ही ये गल्लां कवांगे जां सोशल मीडिया दे उत्ते जां अखबारां दे विच ये गल्लां कवांगे भी भाई आपां कौम जिहड़ी आ वो सारी एक हो के तुरीए, इकट्ठे हो के तुरीए, जां इहनूं अमली जामा भी पहनावांगे। जेकर इहनूं अमली जामा पहनाउने आ ते मैनूं ये लगदा जिन्नी क माता मैनू जिन्ना क हुण तक वाचिया वा अपनी कौम नूं, अपने हालातां नूं, अपनी स्ट्रैंथ नूं, कौम दी नूं, जेकर असीं एक होके तुरीए ते 100% ये श्योर आ भी कोई भी अजिहा मसला कौम दा है नहीं जिहड़ा हल ना होवे। कोई भी, बेशक वो मसले किसी भी तरह के क्यों ना होण, छोटे होण बड़े होण, अंदरूनी होण बाहरी होण, जां वो साडे दसम दा कोई जिहड़ा आपस दे विच साडे विवाद पाया होया वा वो होवे, जां कोई होर होण मसले, सारे ही हल होणगे। पर होणगे तां कि जेकर असीं उहनूं अमली जामा पहनावांगे। पर मैं ये देख रहा वां, इन्हां लम्मा समय तो देख रहे हैं कि सारे ही साडे आगू, सारियां ही साडियां जथेबंदियां, तो असीं तां आगूआं चाहुंदे नहीं, असीं तां सेवादार हां, पर जिहड़े साडे अपनी कौम दे आगू ने जिन्ने भी ने, मैं किसी एक नूं इत्थे टारगेट नहीं कर रहा। ये ना सोचो कि मैं किसी एक दा नां लै रहा इत्थे जां मैं किसी एक नूं टारगेट कर रहा। मैं सारियां नूं ही कहना, जिन्ने भी बंदे अगे लग के तुरदे ने, किसी भी रूप दे विच तुरदे ने, कोई भी जथेबंदी नाल संबंधित होण, कोई भी
ਧਿਰ ਨਾਲ ਸੰਬੰਧਿਤ ਹੋਣ, ਬੇਸ਼ੱਕ ਉਹ ਸਾਡੀਆਂ ਰਾਜਸੀ ਪਾਰਟੀਆਂ ਹੀ ਕਿਉਂ ਨਾ ਹੋਣ ਜਿਹੜੀਆਂ ਧਾਰਮਿਕ ਪੱਖ ਦੇ ਉੱਤੇ ਬੋਲਦੀਆਂ ਨੇ, ਪਰ ਜੇ ਉਹ ਇਕੱਠੀਆਂ ਹੋ ਕੇ ਨਹੀਂ ਤੁਰਦੀਆਂ ਤਾਂ ਹੀ ਸਾਨੂੰ ਕੁੱਟ ਪੈਂਦੀ ਆ ਥਾਂ ਥਾਂ ਦੇ ਉੱਤੇ, ਤਾਂ ਹੀ ਸਾਡਾ ਜਲੂਸ ਨਿਕਲ ਰਿਹਾ, ਤਾਂ ਹੀ ਸਾਨੂੰ ਸਾਡੇ ਹੱਕ ਨਹੀਂ ਮਿਲਦੇ, ਤਾਂ ਹੀ ਸਾਨੂੰ ਜਿਹੜੀਆਂ ਪ੍ਰਾਪਤੀਆਂ ਕਰਨ ਦੀ ਲੋੜ ਆ, ਜਿਹੜੀਆਂ ਪ੍ਰਾਪਤੀਆਂ ਆਪਾਂ ਕਰਨੀਆਂ ਨੇ ਉਹ ਨਹੀਂ ਹੋ ਰਹੀਆਂ। ਸੋ ਇਹ ਨਹੀਂ ਹੋ ਰਹੀਆਂ, ਇਹਦਾ ਕਾਰਨ ਸਪਸ਼ਟ ਆ ਕਿ ਸਾਡੀਆਂ ਜਿਹੜੀਆਂ ਧੌਣਾਂ ਨੇ, ਇਹਨਾਂ ਦੇ ਵਿੱਚ ਜਿਹੜੇ ਕਿੱਲੇ ਨੇ, ਇਹ ਕਿੱਲੇ ਜਿੰਨਾ ਚਿਰ ਤੱਕ ਨਹੀਂ ਨਿਕਲਦੇ, ਇਹ ਕਿੱਲੇ ਜਿੰਨਾ ਚਿਰ ਤੱਕ ਅਸੀਂ ਕੱਢ ਕੇ ਤੇ ਨਵਾਬ ਕਪੂਰ ਸਿੰਘ ਵਾਲੀ ਜਿਹੜੀ ਨਵਾਬ ਕਪੂਰ ਸਿੰਘ ਵਾਲਾ ਜਿਹੜਾ ਪਹਿਰਾ ਵਾ, ਨਵਾਬ ਕਪੂਰ ਸਿੰਘ ਵਰਗੇ ਯੋਧਿਆਂ ਵਾਲੀ ਜਿਹੜੀ ਸੋਚ ਆ, ਉਹ ਅਸੀਂ ਨਹੀਂ ਲੈ ਕੇ ਆਉਂਦੇ ਤੇ ਮੈਨੂੰ ਇਹ ਲੱਗਦਾ ਕਿ ਉਹਨਾਂ ਚਿਰ ਤੱਕ ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰਾਪਤੀ ਦੀ ਗੱਲ ਆ ਉਹ ਹੋਣੀ ਨਹੀਂ। ਗੱਲਾਂ ਅਸੀਂ ਜਿੰਨੀਆਂ ਮਰਜ਼ੀ ਕਰੀ ਜਾਈਏ, ਟਾਰਾਂ ਜਿੰਨੀਆਂ ਮਰਜ਼ੀ ਮਾਰੀ ਜਾਈਏ, ਪਰ ਜਿੰਨਾ ਚਿਰ ਤੱਕ ਕਮੈਂਟ ਵੀ ਮੈਨੂੰ ਲੱਗਦਾ ਪੜ੍ਹਨੇ ਚਾਹੀਦੇ ਨੇ ਕਿ ਕਾਰਨ ਪੰਥਕ ਲੀਡਰ ਕਹਾਉਣ ਵਾਲੇ ਆਪਣੇ ਵਿਸ਼ਵਾਸ ਗਵਾ ਚੁੱਕੇ ਨੇ, ਕਿਸੇ ਤੋਂ ਵਿਸ਼ਵਾਸ ਕਰੇ। ਬਿਲਕੁਲ ਵਿਸ਼ਵਾਸ ਤਾਂ ਹੀ ਗਵਾਚ ਗਿਆ ਨਾ ਵੀਰ ਜੀ। ਵੇਖੋ ਮੈਂ ਕਿਸੇ ਦੀ ਸੇਵਾ ਭਾਵਨਾ ਦੇ ਉੱਤੇ ਕਿੰਤੂ ਨਹੀਂ ਕਰਦਾ। ਜਿੰਨਾ ਵੇਖੋ ਜਿਹਦੀ ਜਿੰਨੀ ਸਟਰੈਂਥ ਆ, ਜਿਹਦੀ ਜਿੰਨੀ ਵਾਹ ਪੇਸ਼ ਜਾਂਦੀ ਆ, ਉਹ ਉਹਨਾਂ ਕੰਮ ਕਰਦਾ। ਹੁਣ ਕੋਈ ਚੰਗਾ ਲਿਖਾਰੀ ਆ, ਕੋਈ ਬਹੁਤ ਚੰਗਾ ਲਿਖਦਾ, ਉਹ ਬਹੁਤ ਸੋਹਣਾ ਲਿਖ ਕੇ ਕੌਮ ਦੀ ਜਾਗਰਤੀ ਲਿਆਉਂਦਾ। ਕੋਈ ਚੰਗਾ ਕਵੀਸ਼ਰ ਆ, ਕੋਈ ਚੰਗਾ ਢਾਡੀ ਆ, ਚੰਗਾ ਰਾਗੀ ਆ, ਕੋਈ ਚੰਗਾ ਪ੍ਰਚਾਰਕ ਆ। ਡਾਂਗ ਛੋਟੇ ਵਾਲੇ ਵੀ ਕਈ ਹੈਗੇ ਨੇ ਜਿਹੜੇ ਚੰਗੀ ਡਾਂਗ ਆਉਣਾ ਜਾਣਦੇ ਨੇ, ਉਹ ਡਾਂਗ ਨਾਲ ਮਸਲੇ ਹੱਲ ਕਰਦੇ ਨੇ। ਕੋਈ ਵਿਚਾਰਾਂ ਵਾਲੇ ਵੀ ਨੇ, ਸਿਰਫ ਵਿਚਾਰਾਂ ਨਾਲ ਮਸਲੇ ਹੱਲ ਕਰਦੇ ਨੇ। ਕਈ ਡਿਪਲੋਮੈਟਿਕ ਵੀ ਨੇ, ਸਿਆਸਤਦਾਨ ਵੀ ਨੇ। ਕਈ ਅਜਿਹੇ ਬੰਦੇ ਨੇ ਜਿਹੜੇ ਮੀਡੀਏਟਰ ਕੰਮ ਕਰਦੇ ਨੇ ਬਣ ਕੇ, ਕਿ ਉਹ ਦੋਵੇਂ ਪੱਖਾਂ ਦੀਆਂ ਗੱਲਾਂ ਸੁਣਦੇ ਨੇ, ਦੋਵੇਂ ਪੱਖ ਦੀ ਗੱਲ ਸੁਣ ਕੇ ਤੇ ਫੈਸਲਾ ਕਰਦੇ ਨੇ। ਕਈ ਅਜਿਹੇ ਬੰਦੇ ਵੀ ਨੇ ਜਿਹੜੇ ਸਾਰੇ ਬੰਨੇ ਆਪਣਾ ਪ੍ਰੇਮ ਪਿਆਰ ਰੱਖਦੇ ਨੇ, ਕਿਸੇ ਨਾਲ ਵੀ ਨਹੀਂ ਵਿਗਾੜਦੇ। ਹਰੇਕ ਦੇ ਵਿੱਚ ਮਨ ਦੇ ਵਿੱਚ ਸਰਕਾਰ ਰੱਖਦੇ ਨੇ, ਆਪਣਾ ਵੀ ਤੇ ਅਗਲੇ ਦਾ ਵੀ ਕਰਦੇ ਨੇ। ਕਈ ਅਜਿਹੇ ਵੀ ਨੇ ਜਿਹੜੇ ਮੌਕਾ ਪ੍ਰਸਤ ਵੀ ਨੇ। ਪਰ ਮੈਨੂੰ ਇਹ ਲੱਗਦਾ ਕਿ ਜੇ ਸਾਨੂੰ ਗੁਰੂ ਸਾਹਿਬ ਦਾ ਇੱਕ ਹੁਕਮ ਆ ਕੇ ਸਾਂਝ ਕੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀ ਹੈ, ਜਿੱਥੇ ਸਾਨੂੰ ਗੁਣਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ, ਅਸੀਂ ਉੱਥੇ ਗੁਣਾਂ ਨਾਲ ਸਾਂਝ ਕਿਉਂ ਨਹੀਂ ਪਾਉਂਦੇ? ਅਸੀਂ ਇਹ ਕਿਉਂ ਨਹੀਂ ਦੇਖਦੇ ਕਿ ਜੇ ਇੱਕ ਬੰਦਾ, ਕੋਈ ਵੀ ਪਰਸਨ ਕੌਮ ਦੇ ਸਿਧਾਂਤਾਂ ਦੀ ਖਾਤਰ ਲੜਦਾ, ਕੌਮ ਦੇ ਮਸਲੇ ਦੀ ਗੱਲ ਕਰਦਾ, ਕੌਮ ਦੀ ਗੱਲ ਕਰਦਾ, ਉਹ ਮਨੁੱਖਤਾ ਦੀ ਗੱਲ ਕਰਦਾ, ਏਕਤਾ ਦੀ ਗੱਲ ਕਰਦਾ, ਤੇ ਫਿਰ ਅਸੀਂ ਉਹਦੇ ਨਾਲ ਖੜਦੇ ਕਿਉਂ ਨਹੀਂ? ਹਮੇਸ਼ਾ ਇਹ ਕਿਉਂ ਹੁੰਦਾ ਵਾ ਕਿ ਹਰ ਤਰ੍ਹਾਂ ਦੇ, ਮੈਂ ਜ਼ਿਆਦਾਤਰ ਦੇਖਦਾ ਵਾਂ ਜਿੱਥੋਂ ਵੀ ਕੋਈ ਗੱਲ ਹੁੰਦੀ ਆ, ਉਦੋਂ ਹਰ ਇੱਕ ਦੇ ਚਾਹ ਇਹ ਹੁੰਦੀ ਆ ਕਿ ਹੁਣ ਮੈਂ ਅੱਗੇ ਲੱਗਾ ਵਾਂ ਤੇ ਡਿਕਟੇਟਰਸ਼ਿਪ ਜਿਹਨੂੰ ਕਹਿ ਸਕਦੇ ਆ, ਇੰਗਲਿਸ਼ ਦੇ ਵਿੱਚ ਆਪਾਂ ਡਿਕਟੇਟਰਸ਼ਿਪ ਕਹਿੰਦੇ ਆ ਉਹਨੂੰ, ਤੇ ਪੰਜਾਬੀ ਦੇ ਵਿੱਚ ਉਹਨੂੰ ਆਪਾਂ ਕਹਿੰਦੇ ਆ ਕਿ ਹਉਮੈ ਜਿਹੜੀ ਹੁੰਦੀ ਆ, ਉਹਨੂੰ ਪੱਠੇ ਪਾਉਣ ਦੀ ਖਾਤਰ ਜਾਂ ਆਪਣੇ ਆਪ ਨੂੰ ਇਦਾਂ ਪ੍ਰੈਜ਼ੈਂਟ ਕਰਨ ਦੀ ਖਾਤਰ ਕਿ ਇਹ ਮਸਲਾ ਮੈਂ ਚੱਕਿਆ ਵਾ ਤੇ ਇਹਨੂੰ ਮੈਂ ਆਪਣੇ ਹੀ ਤਰੀਕੇ ਨਾਲ ਹੈਂਡਲ ਕਰਾਂ ਤੇ ਹੋਰ ਕਿਸੇ ਦੀ ਸਲਾਹ ਨਾ ਲੈਣੀ, ਕਿਸੇ ਨੂੰ ਨਾਲ ਲੈ ਕੇ ਨਾ ਚੱਲਣਾ। ਬਹੁਤਾਂਤ ਵਿੱਚ ਬਹੁਤੇ ਮਸਲੇ ਜਿਹੜੇ ਹੱਲ ਨਹੀਂ ਹੁੰਦੇ, ਉਹਨਾਂ ਦਾ ਕਾਰਨ ਇਹ ਆ ਕਿ ਜਦੋਂ ਕੋਈ ਵੀ ਇੱਕ ਮਨੁੱਖ, ਕੋਈ ਵੀ ਇੱਕ ਸੇਵਾਦਾਰ ਜਾਂ ਕੋਈ ਆਗੂ ਜਾਂ ਕੋਈ ਬੰਦਾ ਅੱਗੇ ਲੱਗ ਕੇ ਤੁਰਦਾ ਕਿਸੇ ਮਸਲੇ ਨੂੰ ਲੈ ਕੇ, ਤੇ ਉਹ ਮਸਲਾ ਹੱਲ ਨਹੀਂ ਹੁੰਦਾ। ਉਹਦੇ ਕਾਰਨ ਦੇ ਪਿੱਛੇ ਸਪਸ਼ਟ ਵੱਡਾ ਕਾਰਨ ਇਹ ਹੁੰਦਾ ਕਿ ਉਹ ਕਿਸੇ ਹੋਰ ਦੀ ਮੰਨਦਾ ਹੀ ਨਹੀਂ, ਉਹ ਕਿਸੇ ਹੋਰ ਨੂੰ ਨਾਲ ਲੈ ਕੇ ਚੱਲਦਾ ਹੀ ਨਹੀਂ। ਉਹਦੇ ਮਨ ਦੇ ਵਿੱਚ ਇਹ ਹੁੰਦਾ ਵਾ, ਉਹਦੀਆਂ ਭਾਵਨਾਵਾਂ ਇਹ ਹੁੰਦੀਆਂ ਨੇ ਕਿ ਇਹ ਮਸਲਾ ਮੈਂ ਚੱਕਿਆ, ਇਹਨੂੰ ਮੈਂ ਆਪਣੇ ਤਰੀਕੇ ਨਾਲ ਹੀ ਹੈਂਡਲ ਕਰਾਂ। ਬੇਸ਼ੱਕ ਉਹ ਖੂਜ ਲੈ ਜੇ, ਬੇਸ਼ੱਕ ਉਹ ਮਸਲਾ ਖੂਜ ਲੈ ਜੇ, ਬੇਸ਼ੱਕ ਕੌਮ ਦਾ ਨੁਕਸਾਨ ਹੋ ਜੇ, ਬੇਸ਼ੱਕ ਜੋ ਮਰਜ਼ੀ ਹੋ ਜੇ, ਪਰ ਇੱਕ ਜਿਹੜੀ ਹਉਮੈ ਹੈ ਅੰਦਰ, ਉਹ ਹਉਮੈ ਬੰਦਾ ਨਹੀਂ ਛੱਡਦਾ, ਉਹ ਕੋਈ ਵੀ ਹੋਵੇ। ਬਹੁਤੇ ਜਿਹੜੇ ਆਪਣੇ ਹੁਣ ਤੱਕ, ਕਿਉਂਕਿ ਪਹਿਲਾਂ ਤਾਂ ਚਲੋ ਜੇ ਆਪਾਂ ਆਪਣੇ ਸਿਧਾਂਤਾਂ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਕਿ ਆਪਣੇ ਸਿਧਾਂਤਾਂ ਵੈਸੇ ਕੁਝ ਹੋਰ ਨੇ। ਆਪਾਂ ਤਾਂ ਗੁਰੂ ਸਾਹਿਬ ਨੇ ਬਣਾਇਆ ਤਾਂ ਰਾਜ ਦਿਵਾਉਣ ਵਾਸਤੇ ਸੀਗਾ, ਹੱਕ ਦਿਵਾਉਣ ਵਾਸਤੇ ਸੀਗਾ, ਆਪਣਾ ਕਨਸੈਪਟ ਵੀ ਇਦਾਂ ਦਾ ਹੀ ਸੀ। ਪਰ ਹੁਣ ਥੋੜਾ ਜਿਹਾ ਸਮੇਂ ਦੀ ਮਾਰ ਇਦਾਂ ਦੀ ਪੈ ਗਈ ਆ ਵੀ ਹੁਣ ਆਪਾਂ ਜਿਹੜੇ ਹੋ ਗਏ ਆ, ਇਨਸਾਫ ਮੰਗਣ ਲੱਗ ਗਏ ਆ। ਜਿਹੜੀ ਇਨਸਾਫ ਦਿੰਦੇ ਹੁੰਦੇ ਸੀ, ਸਮੇਂ ਦੇ ਹਾਲਾਤਾਂ ਨੇ ਇਦਾਂ ਦਾ ਮਾਰ ਲਿਆ ਆਪਾਂ ਨੂੰ ਕਿ ਹੁਣ ਆਪਾਂ ਇਨਸਾਫ ਮੰਗਦੇ ਆ, ਆਪਣੇ ਵਾਸਤੇ ਇਨਸਾਫ ਮੰਗਦੇ ਆ। ਬਹੁਤਾਂਤ ਵਿੱਚ, ਬਹੁਤੇ ਕੇਸਾਂ ਵਿੱਚ ਤੇ ਅਸੀਂ ਆਪਣਿਆਂ ਦੇ ਕੋਲੋਂ ਇਨਸਾਫ ਮੰਗ ਰਹੇ ਹਾਂ, ਬਹੁਤੇ ਕੇਸਾਂ ਦੇ ਵਿੱਚ। ਤੇ ਇਨਸਾਫ ਮੰਗਣ ਲੱਗ ਗਏ ਆ, ਇਹ ਧਰਨੇ ਪ੍ਰਦਰਸ਼ਨਾਂ ਵਾਲੇ ਪਾਸੇ ਲੱਗ ਗਏ ਆ, ਧਰਨੇ ਪ੍ਰਦਰਸ਼ਨ ਕਰਨ ਲੱਗ ਗਏ ਆ। ਮੋਰਚੇ ਦਾ ਧਰਨੇ ਦਾ ਫਰਕ ਹੁੰਦਾ, ਮੋਰਚਾ ਇੱਕ ਹੋਰ ਚੀਜ਼ ਹੁੰਦੀ ਆ, ਧਰਨਾ ਇੱਕ ਹੋਰ ਚੀਜ਼ ਹੁੰਦੀ ਆ।
हक लैने कुछ होर होंदे ने, मंगने कुछ होर होंदे ने। पर चलो समय के हालात होंदे ने, समय के अनुकूल चलना पैंदा। पर जे समय के अनुकूल की भी गल करिए, समय अनुसार चलण की भी गल करिए, तो ये मैं हुण तक देखिया ते वाचिया वा भी जिन्ने भी हुण तक मसले कौम दे आए ने, मैं बार बार कहना कि मैं किसी एक नूं इत्थे टारगेट नहीं कर रहा, मैं किसी एक नूं इत्थे नहीं कह रहा, मैं अपने सारियां दे हालात की गल करदा भी साडियां प्राप्तियां इस करके नहीं हुंदियां, सानूं कुछ मिलदा इस करके नहीं भी साडे विच जिहड़ी हौमै है वो पट्ठे जिहड़े असीं अपनी हौमै नूं पाउने आ, उस हौमै दी खातर वाहिगुरू उस हौमै दे करके अज तक साडे बहुतांत च मसले हल नहीं होए। हाँ, कौम संघर्षशील है, अपनी अपने हिस्से संघर्ष आया वा, ते संघर्ष बहुत लंबे चलते होंदे ने, ये सच आ। संघर्ष बहुत लंबे चलते होंदे ने, संघर्षां दे विच खड़ोत भी आ जांदी आ, संघर्षां दे विच नुकसान भी हुंदे ने, उतरा चढ़ाव दा माहौल आउंदा वा, संघर्षां च जित भी हुंदी आ, संघर्षां च हार भी हुंदी आ। पर जिहड़े अजोके हालातां दी जे गल करिए, अज दा जिहड़ा समां चल रहा, इस समय दे विच साडियां जिहड़ियां प्राप्तियां दी गल आ वो नाकाफी ने, नामात्र ने। ते वो क्यों नहीं ने? क्योंकि असीं स्टेजां दे उत्ते तां ये गल रोज़ कहने आ, सारे उच्ची उच्ची बाहां खड़ियां करके कहने आ कि कौम नूं एक होके चलना चाहिदा, सारे एक होके चलीए तां ही कुछ प्राप्ति होनी आ। पर जदों गल आउंदी आ इकट्ठे होके तुरन दी, जदों गल आउंदी आ कुछ हासिल करन दी एक होके, उदों फिर असीं आपो अपनी चौधर नूं अगे लै आउने आ। उदों फिर असीं आपो अपनी डफली ते आपो अपना राग वजाउण लग जाने आ। ते जेकर सुहिरद हाँ असीं, जेकर साडे मन दे विच इह है कि असीं कुछ ना कुछ लै डिग्गीए, असीं कौम दी इह हो रही नस्लकुशी नूं बचा लीए, अपनी जवानी बचा लीए, अपने सिद्धांत बचा लीए, अपनी मर्यादा बचा लीए, ते उहदे वास्ते फिर सानूं भाई इह छड्डना पैना कि वो फलानी जथेबंदी आ, वो ढींगड़ी संप्रदा वा, वो फलाना दल पंथ आ, ये सानूं छड्ड के, ये सारा कुछ छड्ड के ते ये करना पऊगा भी जिहड़ा भी मनुख, जिहड़ी भी कोई जथेबंदी, जिहड़ा भी कोई संप्रदा, कोई दल पंथ गुरु ग्रंथ, गुरु पंथ ते सिद्धांतां दी गल करदा, ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਈਏ। ਜਿਹੜਾ ਤੇ ਬੰਦਾ ਇਹ ਕਰਦਾ ਕਿ ਨਹੀਂ ਭਾਈ ਅਸੀਂ ਸਿਰਫ ਇਹ ਕਰਨਾ ਵਾ ਵੀ ਜਿੱਥੇ ਕਿਤੇ ਗੱਲ ਆਉਂਦੀ ਆ ਕਿ ਨਿੱਜੀ ਮਫਾਦ, ਜੇ ਤੇ ਕੋਈ ਇਹ ਸੋਚ ਕੇ ਤੁਰੇ ਕਿ ਮੇਰੇ ਨਿੱਜੀ ਮਫਾਦ ਹੀ ਪੂਰੇ ਹੋਣ ਤੇ ਮੈਂ ਆਪਣਾ ਹੀ ਜਿਹੜਾ ਵਾ ਸਿਰਫ ਉਹ ਸਿਸਟਮ ਚਲਾਵਾਂ, ਆਪਣੀ ਹੀ ਜਿਹੜੀ ਹੈਗੀ ਆ ਉਹ कुछ भी कह सकते हो, तुसीं उन्होंने कोई भी लफ्ज दे सकते हो, निजी मुफाद कह सकते हो, अपनी हौमे नूं पट्ठे पाउणे कह सकते हो, जां इह कह सकते हो कि कौम नूं छल करना किसी तरीके दे नाल, कौम नूं इमोशनल करके, इमोशनल ब्लैकमेल करके अपने घर भरने, ये भी कह सकते हो। बहुतांत विच मैं एक लेख पढ़दा सी, किसी वीर ने लिखिया, चलो जिन्ने भी वो लिखिया भी उन्हें लेख बहुत सोहना लिखिया, वो कहंदा भी बहुते मोर्चे ते हुण अजकल ऐ लगदे ने भी दो कारण हो गए ने अजकल तां बहुतियां दे मोर्चियां दे, मोर्चा ना दिता जांदा वा कि असीं मोर्चा ला के बह गए, पर बहुतांत दे विच निजी मफाद ज़्यादा हुंदे ने, अपने वास्ते अपनी निज वास्ते ज़्यादा हुंदे ने ते कौम दे वास्ते, सिद्धांतां दे वास्ते घट हुंदे ने। ये सच है। ये सच इस करके है कि बहुत बार वेख चुके हैं, बहुतियां ने साडियां ने ज़्यादातर कौम नूं इमोशनली ब्लैकमेल करके ते अपने निजी हित पूरे कीते ने। जेकर वो अपने निजी हित पूरे ना करते ते जेकर किते वो दिलों हो के सच्चे मनों तुरदे, ये नहीं कि कौम नहीं तुरदी नाल, ये नहीं कि लोग तुरदे नहीं, बहुत तुरदे ने, साथ देंदे ने, तन मन धन दे नाल साथ देंदे ने। इत्थों तक भी जिथे किते सिर देण दी लोड़ पैंदी आ, कौम उत्थे भी सिर डाउंदी आ। जिहड़े जज्बाती सिख ने, जिहड़े दिलों तुरदे ने, जिन्हां दे मन च दर्द आ, वो ना कुट खाण तो गुरेज करदे ने, ना कुट्टण तो गुरेज करदे ने,
पर जदों हालात ये हुंदे ने कि उन्हां नूं वरतिया जांदा, उन्हां नूं मिसयूज उन्हां दा कीता जांदा, उन्हां दीआं भावनावां दा मिसयूज कीता जांदा, उन्हां दा आर्थिक तौर ते शोषण कीता जांदा, सारे तरीकिਆਂ ਦੇ ਨਾਲ उन्हां दा जिहड़ा वा शोषण किया जाता, उदों ये खेड वापरती आ कि उदों फिर जिहड़े भावना वाले लोग जुड़े हुंदे ने, जिन्हां दे मन दे विच दर्द हुंदा, फिर जदों उन्हां नूं सच्चाई पता लगदी आ उस मनुख दी, उस आगू दी, उस जथेबंदी दी, उस संप्रदा दी कि ये तां सानूं वरत रिहा सीगा निज दी खातर, फिर उदों उन्हां दा जिहड़ा दिल आ वो टुट जांदा। उदों फिर वो किते ना किते मैं बहुत लोग वेखे ने, नौजवान खास करके जिहड़े घरां 'च बह गए, जिहड़े पिछे हट गए, आउणों हट गए। बेशक मैं ये गिणदा कि उन्हां नूं ये करना नहीं सी चाहीदा, क्योंकि वो किसी एक दे किसी बंदे वास्ते नहीं तुरे सी, वो अपने गुरु लई तुरे सी, अपने सिद्धांतां लई। पर जदों किते ना किते किस तरीके दे नाल बंदे दी इमोशनस नाल खेडिया जांदा, उदों फिर दिल टुट जांदा ते उदों फिर बहुत मैं नौजवान वेखे जिहड़े घरां दे विच बह गए ने, क्योंकि वरत लिया जाता। एक तो ये सच्चाई बहुत वड्डी आ कि साडे विच एक सिस्टम बहुत वधिया जिहड़ा लोकां ने चलाया होया वा कि किसी नूं फड़ो, उहदे इमोशनस कैच करो, उहदे इमोशनस कैच करो, उहदियां भावनावां नूं कैच करो ते बाद दे विच उहनूं वरतो ते वरत के जिहड़ा वा उहनूं तुसीं सुट दिओ। मैं माफ़ी चाहुंदा वां, कुछ फेक आइडिया वाले जिहड़े हुंदे ने, नेकी नूकी दे चेले ने, खास करके इन्हां नूं आदत हुंदी आ कि ये आ करके किस तरह दा बकवास करदे ने। मेरा विशा नहीं हैगा, पर मैं ब्लॉक ही करना जरूरी समझदा उन्हां नूं जवाब देण दी जगह दे उत्ते, क्योंकि कोई दलील पूर्वक गल उन्हां दे कोल हुंदी नहीं, सो समां खराब करदे ने। सो माफ़ी। सो गल इत्थे ये खत्म हुंदी आ कि जेकर सचमुच आपां चाहुंदे आ कि कौम कुछ प्राप्त करे, कुछ लै डिगे, कुछ हासिल करे, तो फिर सानू उस कंसैप्ट दे उत्ते दिलों पहरा देण दी लोड़ आ, जिस कंसैप्ट नूं असीं स्टेजां दे उत्ते बोल बोल के उच्ची उच्ची पढ़दे आ कि सानू गुरु साहब दा हुक्म आ, होए इकत्तर मिलो मेरे भाए, दुबदा दूर करो ले लाए, हर नामे की होवो जोड़ी, गुरमुख बैठो सभा वछाए, ये कहने आ। पर जे असीं उहनूं कहने आ ते फिर सानू उहनूं प्रैक्टिकल रूप दे विच अपलाई करन दी बहुत ज़्यादा लोड़ आ। जे असीं चाहुंदे आ कि कौम दे सिद्धांत मर्यादा बची रवे, असीं चाहुंदे आ कि साडीआं सरमौर संस्थावां जथेबंदियां बचियां रहण, उन्हां दीआं सिद्धांत, उन्हां दी मर्यादा बची रहे, साडे जिहड़े निशान ने झूलदे, जिहड़े साडे तख्त ने, उन्हां दी सर्वोच्चता बहाल रवे, ते फिर सानू ये करना पैना। सानू ये करना पैना कि सानू उन्हां लोकां नूं नंगिया करना पैना वा संगत दे सामने, जिहड़े लोग अपनी निज दी खातर, अपनी हौमै दी खातर संगत नूं लुकाई नूं वरतदे ने, उन्हां दीआं भावनावां वरतदे ने, इमोशनस नूं वरतदे ने, वरत के पूंझ के सुट दिंदे ने। फिर जदों बाद दे विच ओह उठ के जे कोई सच बोलदा वा, जे कोई विरोध करदा उन्हां वल्लों कीते गलत कामां दा, तां फिर उन्हां दी किरदार कुशी जिहड़ी आ कीती जांदी आ। जिहड़ा बंदा, एक होर तुहानूं मैं सिद्धी गल दस्सां, सिद्धी जी स्पष्ट गल दस्सां, जिहड़ा बंदा सच बोलूगा, जिहड़ा बंदा उन्हां लोकां दीआं करतूतां जग जार करूगा संगत दे सामने, फिर उहदी किरदार कुशी होगी, फिर उहदे ते इल्जाम लगणगे। बड़ी हासोहीणी जी गल मैं कल वेखी, मैं जिक्र नहीं करना क्योंकि मैनूं पता भी उस किस मनुख दा काम सी, किन्ने कीता, क्योंकि आपां हुण विचर रहे हैं, आपां नूं पता किहदे लिंक कित्थे ने, किहड़ा की करदा, किहड़ा की नहीं करदा, सब पता। जे मैं कुछ गलत करदा होऊंगा, संगत नूं सब कुछ दिखदा होऊगा, क्योंकि अजकल कोई भी दुੱਧ नहीं चुंगदा, कोई रोटी नूं चूची नहीं कहंदा, सारे ही बड़े सियाणे ने, बहुत सियाणे ने लोग। सोशल मीडिया का समा, एक्टिव जोगा, सारा कुछ ही सामने आ जाता। जे किसी को भुलेखा होवे कि मैं लुक छिप के कुछ कर ला, जे किसी को यह भुलेखा होवे कि मैं कवां कुछ ते करां कुछ, जे किसी को यह भुलेखा होवे कि मैं दिखावां कुछ ते मैं बना कुछ नहीं। जो तुसी हो, जो थोड़ी शख्सियत है, जेकर तुसी उहनूं सच्चे मन नाल संगत दे विच रखदे हो,
ਗੁਰੂ ਸਾਹਿਬ ਦੀ ਬੜੀ ਕਿਰਪਾ ਹੁੰਦੀ। ਪਰ ਜੇਕਰ ਤੁਸੀਂ ਦਫਸਲੇ ਚੱਲਦੇ ਹੋ, ਜੇਕਰ ਤੁਸੀਂ ਦੋ ਮੂੰਹੇ ਹੋ ਕੇ ਚੱਲਦੇ ਹੋ, ਉਹ ਵੀ ਸਾਰਾ ਕੁਝ ਦਿਖਦਾ। ਸੋ ਮੈਂ ਕੱਲ ਇੱਕ ਦੇਖੀ ਚੀਜ਼ ਜਿਹਦੇ ਵਿੱਚ ਬੜਾ ਹੀ ਮੈਨੂੰ ਹਾਸਾ ਆਇਆ ਉਸ ਚੀਜ਼ ਦੇ ਉੱਤੇ। ਮੈਂ ਉਹਨੂੰ ਪਬਲਿਕਲੀ ਨਹੀਂ ਕੀਤਾ, ਮੈਂ ਉਹਨੂੰ ਪਬਲਿਸ਼ ਨਹੀਂ ਕੀਤਾ ਚੀਜ਼ ਨੂੰ, ਕਿਉਂਕਿ ਮੈਨੂੰ ਲੱਗਦਾ ਸੀ ਵੀ ਮੈਂ ਉਹਨੂੰ ਪਬਲਿਸ਼ ਕਰੂੰਗਾ ਤੇ ਫਿਰ ਉਹ ਸਵਾਲ ਅੱਗੇ ਦੇ ਅੱਗੇ ਉੱਠਣਗੇ ਕਿ ਕਿਹਨੇ ਕੀਤਾ, ਇਹ ਕਿਹਨੇ ਕਰਾਇਆ, ਇਹ ਕਿਹਨੇ ਬੋਲਿਆ, ਤੇ ਉਹਦੇ ਵਿੱਚ ਫਿਰ ਉਹਦਾ ਕਿਰਦਾਰ ਜਿਹੜਾ ਵਾ ਨਾ ਉਹ ਖਤਮ ਹੋ ਜਾਊਗਾ। ਉਸ ਬੰਦੇ ਦੇ ਉੱਤੇ ਉਂਗਲ ਉੱਠੂਗੀ, ਉਹਦਾ ਜਿਹੜੀਆਂ ਹੁਣ ਤੱਕ ਦੀਆਂ ਕੀਤੀਆਂ ਸੇਵਾਵਾਂ ਨੇ ਸ਼ਾਇਦ ਉਹ ਮਿੱਟੀ ਹੋ ਜਾਣਗੀਆਂ। ਮੈਨੂੰ ਇਹ ਲੱਗਾ, ਮੇਰੇ ਨਿੱਜੀ ਵਿਚਾਰ ਨੇ, ਕਿਉਂਕਿ ਉਹ ਮਸਲਾ ਮੇਰੇ ਨਾਲ ਪਰਸਨਲ ਜੁੜਿਆ ਹੋਇਆ ਸੀਗਾ। ਇਸ ਕਰਕੇ ਮੈਂ ਉਸ ਮਸਲੇ ਦੇ ਉੱਤੇ ਕੋਈ ਵੀ ਜਿਹੜਾ ਸੀ ਉਹ ਗੱਲ ਨਹੀਂ ਕੀਤੀ, ਕੋਈ ਕਿਸੇ ਤਰ੍ਹਾਂ ਦਾ ਉਹਨੂੰ ਮਸਲੇ ਨੂੰ ਨਹੀਂ ਛੇੜਿਆ। ਸੋ ਰੋ ਵਿਚਾਰ, ਮੈਂ ਗੱਲਾਂ ਬਹੁਤ ਨੇ ਵਿਚਾਰਾਂ ਕਰਨ ਵਾਲੀਆਂ, ਪਰ ਤਕਰੀਬਨ 26 ਮਿੰਟ ਹੋ ਗਏ ਆਪਾਂ ਨੂੰ ਲਾਈਵ ਹੁੰਦਿਆਂ ਨੂੰ। ਸੋ ਬਹੁਤ ਨੇ ਇੰਨੀਆਂ ਗੱਲਾਂ ਕਰ ਲਈਆਂ। ਗੱਲ ਮੁੱਕਦੀ ਇੱਥੇ ਹੀ ਆ ਵੀ ਇਹ ਗੱਲ ਜਿਹੜੀ ਅਸੀਂ ਸਟੇਜਾਂ ਤੇ ਕਹਿੰਦੇ ਆ, ਅਖਬਾਰਾਂ 'ਚ ਕਹਿੰਦੇ ਆ, ਮੀਡੀਆ 'ਚ ਕਹਿੰਦੇ ਆ, ਜਾਂ ਹੋਰ ਕਿਸੇ ਵੀ ਜਰੀਏ ਨਾਲ ਕਹਿੰਦੇ ਆ ਕਿ ਕੌਮ ਇੱਕ ਹੋਵੇ, ਇੱਕ ਮੁੱਠ ਹੋਵੇ, ਇਕੱਲੇ ਹੋ ਕੇ ਇਕੱਠੇ ਹੋ ਕੇ ਚੱਲੀਏ, ਇੱਕ ਹੋ ਕੇ ਚੱਲੀਏ, ਆਪਣੇ ਵਿਚਾਰਕ ਮਤਭੇਦ ਪਾਸੇ ਰੱਖ ਕੇ ਚੱਲੀਏ। ਇਹ ਕਹੀਏ ਨਾ, ਸਿਰਫ ਕਹੀਏ ਨਾ, ਇਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਅਪਲਾਈ ਕਰੀਏ ਜੀਵਨ ਦੇ ਵਿੱਚ। ਜਿੰਨਾ ਚਿਰ ਇਹਨੂੰ ਅਪਲਾਈ ਨਹੀਂ ਕਰਦੇ ਵਾਹਿਗੁਰੂ, ਉਹਨਾਂ ਚਿਰ ਤੱਕ ਕੋਈ ਵੀ ਪ੍ਰਾਪਤੀ ਦੀ ਜੇ ਹੋਣੀ, ਇਹਨੂੰ ਲਿਖ ਕੇ ਰੱਖ ਲਓ ਗੱਲ ਨੂੰ। ਤੁਹਾਡੇ ਵੀ ਤਜਰਬੇ ਨੇ, ਤੁਹਾਡੀਆਂ ਵੀ ਸਾਰਿਆਂ ਦੀਆਂ ਜ਼ਿੰਦਗੀਆਂ ਲੰਘੀਆਂ ਹੋਈਆਂ ਨੇ, ਕਈਆਂ ਦੀਆਂ, ਕਈ ਬਜ਼ੁਰਗ ਹੋ, ਕੋਈ ਸਿਆਣੇ ਹੋ, ਕੋਈ ਨਵੀਂ ਪੈਰ ਰੱਖ ਰਹੇ ਹੋ ਜਵਾਨੀ ਦੇ ਵਿੱਚ, ਪਰ ਤੁਸੀਂ ਵਾਚਦੇ ਹੋ ਸਾਰਾ ਕੁਝ। ਹੁਣ ਆਪਾਂ ਪੰਜਾਬ ਦੇ ਹੀ ਮਸਲੇ ਦੀ ਐਗਜ਼ਾਮਪਲ ਕਰ ਲਈਏ, ਇਸ ਵੇਲੇ ਕਾਲੇ ਕਾਨੂੰਨਾਂ ਦੀ, ਤੇ ਜੇ ਅੱਜ ਕਿਸਾਨ ਇਕੱਠੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਆਵਾਜ਼ ਸੁਣੀ ਜਾ ਰਹੀ ਆ। ਜਿੰਨਾ ਚਿਰ ਉਹ ਇਕੱਠੇ ਰਹਿ ਕੇ ਖਲੋਣਗੇ, ਲੜਨਗੇ, ਉਹਨਾਂ ਚਿਰ ਤੱਕ ਉਹਨਾਂ ਦੀ ਆਵਾਜ਼ ਸੁਣੀ ਜਾਊਗੀ। ਜਦੋਂ ਉਹਨਾਂ ਨੇ ਆਪੋ ਆਪਣਾ ਤਰੀਕਾ ਬਦਲ ਲਿਆ, ਰਾਹ ਬਦਲ ਲਿਆ, ਉਦੋਂ ਫਿਰ ਹਾਲਾਤ ਮਾੜੇ ਹੋ ਜਾਂਦੇ ਨੇ। ਮੰਜ਼ਿਲ ਆਪਣੀ ਸਾਰਿਆਂ ਦੀ ਇੱਕ ਆ, ਰਸਤਾ ਆਪਾਂ ਪਤਾ ਨਹੀਂ ਕਿਉਂ ਵੱਖ-ਵੱਖ ਚੁਣਿਆ ਹੋਇਆ ਵਾ। ਗੁਰੂ ਸਾਹਿਬ ਗਾੜੀ ਅਰਦਾਸ ਆ ਕਿ ਆਪਾਂ ਨੂੰ ਸਮੱਤ ਆਵੇ, ਆਪਾਂ ਨੂੰ ਅਕਲ ਆਵੇ, ਤੇ ਆਪਾਂ ਸਿਰਫ ਸਟੇਜੀ ਗੱਲਾਂ ਨਾ ਕਰੀਏ, ਪ੍ਰੈਕਟੀਕਲ ਰੂਪ ਦੇ ਵਿੱਚ ਇਸ ਕਨਸੈਪਟ ਨੂੰ ਮੰਨੀਏ ਵੀ ਤੇ ਇਹ ਤੇ ਵਰਕ ਵੀ ਕਰੀਏ। ਗੱਲਾਂ ਵਾਹਿਗੁਰੂ ਜਿਹੜੇ ਮਸਲੇ ਨੇ ਸਾਡੇ ਅੰਦਰੂਨੀ, ਜਿਹੜੇ ਘਰ ਦੇ ਨੇ, ਚਲੋ ਉਹ ਤਾਂ ਵੱਖ ਗੱਲ ਆ, ਤੇ ਜਿਹੜੇ ਸਾਡੇ ਹੋਰ ਮਸਲੇ ਨੇ, ਪੰਥ ਤੇ ਜਿਹੜੀਆਂ ਮੁਸੀਬਤਾਂ ਆਉਂਦੀਆਂ ਨੇ, ਜਾਂ ਸਾਡੇ ਪੰਥ ਦੇ ਜਿਹੜੇ ਹੋਰ ਹਾਲਾਤ ਮਾੜੇ ਨੇ, ਉਹ ਸਾਰੇ ਹੀ ਹੋ ਸਕਦੇ ਨੇ ਸਹੀ, ਉਹ ਸਾਰੇ ਹੀ ਚੜ੍ਹਦੀ ਕਲਾ ਹੋ ਸਕਦੀ ਆ। ਖਾਸ ਕਰਕੇ ਨੌਜਵਾਨੀ ਜਿਹੜੀ ਆ ਉਹ ਤੁਰੂਗੀ, ਫਿਰ ਹਮਲਾ ਮਾਰ ਕੇ ਉਹ ਤੁਰੂਗੀ ਜੋਸ਼ ਦੇ ਨਾਲ, ਉਹ ਤੁਰੂਗੀ ਤੋਂ ਸਾਰਿਆਂ ਦੇ ਨਾਲ ਅੱਗੇ ਲੱਗ ਕੇ, ਜੇਕਰ ਅਸੀਂ ਇਹ ਕੰਮ ਕਰਾਂਗੇ। ਤੇ ਜੇਕਰ ਅਸੀਂ ਨਹੀਂ ਚੱਲਦੇ ਇਸ ਤਰ੍ਹਾਂ, ਫਿਰ ਆਪਾਂ ਜਾਣਦੇ ਹੀ ਹਾਂ ਵੀ ਜਿਹੜੇ ਸਾਡੇ ਹਾਲਾਤ ਨੇ ਆਪਣੇ, ਉਹ ਕਿੱਦਾਂ ਦੇ ਨੇ, ਕਿੱਦਾਂ ਦੇ ਹੋ ਰਹੇ, ਬਦ ਤੋਂ ਬੱਤਰ ਹੋਣਗੇ। ਇੱਕ ਗੱਲ ਖਤਮ ਕਰ ਦੇਣੀ ਇੱਥੇ ਕਿ ਗੁਰੂ ਸਾਹਿਬ ਨੇ ਆਪਾਂ ਨੂੰ ਕਨਸੈਪਟ ਜਿਹੜਾ ਦਿੱਤਾ ਵਾ, ਉਹ ਦਿੱਤਾ ਵਾ ਮੀਰੀ ਦਾ ਤੇ ਪੀਰੀ ਦਾ। ਸੋ ਜੇਕਰ ਅਸੀਂ ਮੀਰੀ ਪੀਰੀ ਦੇ ਉਸ ਕਨਸੈਪਟ ਨੂੰ ਸਮਝ ਲਈਏ, ਜਿੱਥੇ ਸਾਨੂੰ ਗੁਰੂ ਸਾਹਿਬ ਨੇ ਸ਼ਸਤਰ ਦੀ ਗੱਲ ਸਮਝਾਈ ਆ, ਉੱਥੇ ਸਾਨੂੰ ਸਿਆਸਤ ਦੀ ਵੀ ਸਮਝਾਈ ਆ। ਜਿੱਥੇ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਚੱਕਣ ਦੀ ਗੱਲ ਕੀਤੀ ਆ, ਉੱਥੇ ਸਾਨੂੰ ਮਹਾਰਾਜ ਨੇ ਵਿਚਾਰ ਦੀ ਵੀ ਗੱਲ ਕੀਤੀ ਆ। ਸੋ ਸਹਿਜ ਅਵਸਥਾ ਸਾਡੇ ਅੰਦਰ ਹੋਣੀ ਬਹੁਤ ਜ਼ਰੂਰੀ ਆ। ਸਾਡੇ ਅੰਦਰ ਇਹ ਸ਼ਕਤੀ ਹੋਣੀ ਚਾਹੀਦੀ ਆ ਕਿ ਅਸੀਂ ਦੋਵੇਂ ਪੱਖ ਜਿਹੜੇ ਨੇ ਉਹਨੂੰ ਸਮਝਣ ਦੀ ਸਾਡੇ ਸਮਰੱਥਾ ਹੋਵੇ। ਸਾਡੀ ਵੱਡੀ ਘਾਟ ਆ, ਅਸੀਂ ਸਿਰਫ ਹਮੇਸ਼ਾ ਇੱਕ ਪੱਖ ਦੇਖਦੇ ਆ, ਇੱਕ ਪੱਖ ਦੇਖ ਕੇ ਫੈਸਲਾ ਕਰਦੇ ਆ ਤੇ ਜਲਦਬਾਜ਼ੀ ਵਿੱਚ ਕਰ ਲੈਂਦੇ ਆ। ਬਾਅਦ ਦੇ ਵਿੱਚ ਸਾਨੂੰ ਬੇਸ਼ੱਕ ਉਸ ਫੈਸਲੇ ਤੋਂ ਪਛਤਾਉਣਾ ਪੈ ਜੇ, ਪਛਤਾਉਨੇ ਵੀ ਆ। ਇਹ ਬੜੀ ਵਾਰੀ ਹੋਇਆ ਕਿ ਅਸੀਂ ਬਹੁਤ ਕਾਹਲ ਕਰਦੇ ਆ, ਬਹੁਤ ਜਲਦੀ ਐਕਸ਼ਨ ਦਾ ਰਿਐਕਸ਼ਨ ਜਿਹੜਾ ਉਹ ਦਿੰਦੇ ਆ, ਪਰ ਸਾਡੇ 'ਚ ਘਾਟ ਇਹ ਆ ਕਿ ਅਸੀਂ ਵਿਚਾਰ ਨਹੀਂ ਕਰਦੇ, ਅਸੀਂ ਦੂਰ ਅੰਦੇਸ਼ੀ ਦੇ ਨਾਲ ਸੋਚਦੇ ਨਹੀਂ। ਬਹੁਤ ਅਜਿਹੇ ਫੈਸਲੇ ਜਿਹੜੇ ਸਾਨੂੰ ਦੂਰ ਅੰਦੇਸ਼ੀ ਨਾਲ ਲੈਣ ਦੀ ਲੋੜ ਹੁੰਦੀ, ਅਸੀਂ ਲੈਂਦੇ ਨਹੀਂ, ਬਾਅਦ 'ਚ ਫਿਰ ਅਸੀਂ ਪਛਤਾਉਂਦੇ ਆ। ਸੱਪ ਲੰਘਣ ਤੋਂ ਬਾਅਦ ਲਕੀਰ ਪਿੱਟਦੇ ਆ। ਸਾਨੂੰ ਇਹ ਜਿਹੜੀਆਂ ਆਪਣੀਆਂ ਘਾਟਾਂ ਨੇ ਆਪਾਂ ਨੂੰ ਦੂਰ ਕਰਨ ਦੀ ਲੋੜ ਆ। ਗੁਰੂ ਸਾਹਿਬ ਗਾੜੀ ਅਰਦਾਸ ਬੇਨਤੀ ਆ ਕਿ ਮਹਾਰਾਜ ਸਮੱਤ ਬਖਸ਼ਣ। ਲਾਈਵ ਕੋਸ਼ਿਸ਼ ਕਰਿਆ ਕਰਨੀ ਆ ਕਿ ਕਿਉਂਕਿ ਹੁਣ ਗੱਲਾਂ ਇੰਨੀਆਂ ਲਿਖ ਨਹੀਂ ਹੁੰਦੀਆਂ, ਸਮਾਂ ਵੀ ਨਹੀਂ ਹੁੰਦਾ ਇੰਨਾ ਵੀ ਨਾ ਲਿਖ ਕੇ, ਤੇ ਨਾ ਕੋਈ ਪੜ੍ਹਦਾ ਹੀ ਇੰਨੀਆਂ ਗੱਲਾਂ। ਚਲੋ ਇਹ ਇੱਕ ਜਰੀਆ ਹੈਗਾ ਵਾ ਕਿ ਆਪਾਂ ਲਾਈਵ ਹੋ ਕੇ, ਬੇਸ਼ੱਕ ਇਹਨੂੰ ਕੋਈ 100 ਬੰਦਾ ਹੀ ਸੁਣ ਲੇ, ਮੈਨਾਂ ਉਹੀ ਬਹੁਤ ਆ। 100 ਦੇ ਵਿੱਚੋਂ ਇੱਕ ਹੀ ਅਪਲਾਈ ਕਰ ਲੇ, ਉਹੀ ਬਹੁਤ ਆ। ਆਪਣੇ ਜੀਵਨ ਤੇ ਵੀ ਮੈਂ ਕੋਸ਼ਿਸ਼ ਕਰ ਰਿਹਾ ਵਾਂ ਕਿ ਜਿਹੜੀਆਂ ਮੇਰੇ 'ਚ ਘਾਟਾਂ ਨੇ ਮੈਂ ਵੀ ਦੂਰ ਕਰਾਂ, ਤੇ ਆਪਾਂ ਇੱਕ ਹੋ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿਧਾਂਤ ਦੀ ਖਾਤਰ, ਮਰਿਆਦਾ ਦੀ ਖਾਤਰ, ਉਹਨਾਂ ਦੇ ਸਤਿਕਾਰ ਦੀ ਬਹਾਲੀ ਦੇ ਵਾਸਤੇ ਲੜੀਏ, ਇੱਕ ਹੋਈਏ, ਤੁਰੀਏ।
ਗੁਰੂ ਭਲਾ ਕਰੇ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ